2 ਮਹੀਨੇ ਪਹਿਲਾਂ ਪੰਜਾਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਇਸ ਵੇਲੇ ਫੈਸਲਾਕੁੰਨ ਮੋੜ ਤੇ ਪਹੁੰਚ ਚੁੱਕਾ ਹੈ। ਅੱਗੇ ਸਾਡੇ ਦੇਸ਼ ਦਾ ਭਵਿੱਖ ਕੀ ਹੋਊਗਾ, ਹੁਣ ਇਹੀ ਅੰਦੋਲਨ ਤੈਅ ਕਰੇਗਾ। ਇੰਨੇ ਵੱਡੇ ਮੁਕਾਮ ਉੱਤੇ ਇਹ ਅੰਦੋਲਨ ਪਹੁੰਚ ਚੁੱਕਾ ਹੈ। ਜੋ ਮਕਸਦ ਲੈ ਕੇ ਕਿਸਾਨ ਪੰਜਾਬ ਤੋਂ ਤੁਰੇ ਸੀ, ਬਾਕੀ ਸੂਬਿਆਂ ਦੇ ਕਿਸਾਨ ਨਾਲ ਆਏ। ਇਹ ਅੰਦੋਲਨ ਕਿੱਥੇ ਤੱਕ ਪਹੁੰਚੂਗਾ ਅਤੇ ਇਹਨੂੰ ਤੋੜਨ ਦੇ ਲਈ, ਇਹਨੂੰ ਬਦਨਾਮ ਕਰਨ ਦੇ ਲਈ, ਇਹਨੂੰ ਠੰਡਾ ਪਾਉਣ ਦੇ ਲਈ ਜੋ ਕੋਸ਼ਿਸ਼ਾਂ, ਜੋ ਸਾਜ਼ਿਸ਼ਾਂ ਹੋ ਰਹੀਆਂ, ਉਹਨਾਂ ਬਾਰੇ ਵੀ ਗੱਲ ਕਰਾਂਗੇ, ਉਹਨਾਂ ਦੀ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ। ਇਸ ਲਈ ਅੱਜ ਦਾ ਇਹ ਐਪੀਸੋਡ ਧਿਆਨ ਨਾਲ ਪੂਰਾ ਅੰਤ ਤੱਕ ਗੌਰ ਨਾਲ ਜ਼ਰੂਰ ਵੇਖਿਓ। ਕੱਲੀ ਕੱਲੀ ਗੱਲ ਤੁਹਾਡੇ ਸੁਣਨ ਵਾਲੀ ਹੋਊਗੀ। ਹੁਣ 5 ਵਾਰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋ ਚੁੱਕੀ ਹੈ, ਪਰ ਗੱਲਬਾਤ ਵਿੱਚੋਂ ਕਦੇ ਵੀ ਕੁਝ ਨਹੀਂ ਨਿਕਲਿਆ। ਕਿਸਾਨ ਅੰਦੋਲਨ ਬਾਰੇ ਸਭ ਤੋਂ ਪਹਿਲੀ ਗੱਲ ਜੋ ਸਭ ਨੂੰ ਸਮਝਣੀ ਬੇहद ਜ਼ਰੂਰੀ ਹੈ, ਉਹ ਇਹ ਹੈ ਕਿ ਇਹ ਕਿਸਾਨ ਅੰਦੋਲਨ ਇੱਕ ਕ੍ਰਾਂਤੀ ਬਣ ਰਿਹਾ ਹੈ। ਇਹ ਸਿਰਫ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ, ਹੁਣ ਇਹ ਹੌਲੀ-ਹੌਲੀ ਇੱਕ ਜਾਗਰਤੀ, ਇੱਕ ਕ੍ਰਾਂਤੀ ਵਾਲੀ ਲਹਿਰ ਬਣ ਰਿਹਾ ਹੈ। ਕਿਉਂਕਿ ਜਦੋਂ ਤੋਂ ਕਿਸਾਨ ਅੰਦੋਲਨ ਤੇ ਗਏ ਨੇ, ਸਤੰਬਰ ਮਹੀਨੇ ਤੋਂ ਲੈ ਕੇ ਹੁਣ ਤੱਕ ਜਿਸ ਢੰਗ ਨਾਲ, ਜਿਸ ਸ਼ਾਂਤੀਪੂਰਵਕ ਤਰੀਕੇ ਨਾਲ ਕਿਸਾਨਾਂ ਨੇ ਅੰਦੋਲਨ ਕੀਤਾ ਤੇ ਸਰਕਾਰ ਉੱਤੇ ਦਬਾਅ ਬਣਾਇਆ, ਇਹੋ ਜਿਹਾ ਅੰਦੋਲਨ ਪਹਿਲਾਂ ਕਦੇ ਨਹੀਂ ਹੋਇਆ। ਇਹ ਪਹਿਲੀ ਵਾਰ ਸੀ ਕਿ ਅੰਦੋਲਨ ਕਰਨ ਵਾਲੇ ਸ਼ਾਂਤਮਈ ਸੀ ਅਤੇ ਉਹਨਾਂ ਦਾ ਰਾਹ ਰੋਕਣ ਵਾਲੀ ਸਰਕਾਰ ਹਿੰਸਾ ਕਰ ਰਹੀ ਸੀ। ਕਿਸਾਨ ਆਪਣੇ ਜਥੇ ਲੈ ਕੇ ਸ਼ਾਂਤੀਪੂਰਵਕ ਢੰਗ ਨਾਲ ਅੱਗੇ ਵਧਦੇ ਗਏ, ਉਲਟਾ ਸਰਕਾਰ ਨੇ ਉਹਨਾਂ ਦੇ ਰਾਹ ਵਿੱਚ ਵੱਡੇ ਵੱਡੇ ਪੱਥਰ ਸੁੱਟੇ, ਅਥਰੂ ਗੈਸ ਦੇ ਗੋਲੇ ਛੱਡੇ, ਵਰਦੀ ਠੰਡ ਦੇ ਵਿੱਚ ਪਾਣੀ ਦੀਆਂ ਬੁਛਾੜਾਂ ਛੱਡੀਆਂ। ਹੋਰ ਤਾਂ ਹੋਰ ਇੱਕ ਰਾਤ ਜੀਟੀ ਰੋਡ ਇੰਨਾ ਖਰਚਾ ਕਰਕੇ ਬਣਾਏ ਜੀਟੀ ਰੋਡ ਵੀ ਪੱਟ ਸੁੱਟੇ, ਵੱਡੇ ਵੱਡੇ ਟੋਏ ਕਰ ਦਿੱਤੇ। ਇਹ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਿਸਾਨਾਂ ਨੇ ਨਹੀਂ ਕੀਤਾ, ਇਹ ਨੁਕਸਾਨ ਸਰਕਾਰਾਂ ਨੇ ਕੀਤਾ ਕਿਸਾਨਾਂ ਦਾ ਰਾਹ ਰੋਕਣ ਦੇ ਲਈ। ਇਹੋ ਜਿਹੀ ਮਿਸਾਲ ਭਾਰਤ ਦੇ ਇਤਿਹਾਸ ਵਿੱਚ ਅੱਜ ਤਾਈਂ ਨਹੀਂ ਮਿਲੂਗੀ। ਪਰ ਸਰਕਾਰਾਂ ਦੀਆਂ ਇੰਨੀਆਂ ਕੋਸ਼ਿਸ਼ਾਂ, ਇੰਨੀਆਂ ਰੁਕਾਵਟਾਂ ਦਾ ਵੀ ਕੋਈ ਅਸਰ ਨਹੀਂ ਹੋਇਆ ਤੇ ਕਿਸਾਨ ਬੜੇ ਆਰਾਮ ਨਾਲ ਦਿੱਲੀ ਪਹੁੰਚ ਹੀ ਗਏ ਅਤੇ ਇੱਕ ਬਹੁਤ ਵੱਡੀ ਜਿੱਤ ਸੀ, ਬਹੁਤ ਵੱਡੀ ਜਿੱਤ। ਇਸ ਤਰ੍ਹਾਂ ਨਾਮੁਮਕਿਨ ਨੂੰ ਮੁਮਕਿਨ ਕਰਦੇ ਹੋਏ ਕਿਸਾਨ ਦਿੱਲੀ ਪਹੁੰਚੇ ਅਤੇ ਉੱਥੇ ਜਾ ਕੇ ਵੀ ਉਹਨਾਂ ਨੇ ਸ਼ਾਂਤਮਈ ਤਰੀਕੇ ਨਾਲ ਠੰਡ ਦੇ ਵਿੱਚ ਵੀ ਆਪਣੇ ਡੇਰੇ ਉੱਥੇ ਸੜਕਾਂ ਉੱਤੇ ਲਾ ਕੇ ਸਰਕਾਰ ਦੇ ਉੱਪਰ ਇੱਕ ਜ਼ਬਰਦਸਤ ਦਬਾਅ ਬਣਾ ਦਿੱਤਾ ਹੈ। ਇਸੇ ਦਬਾਅ ਦਾ ਨਤੀਜਾ ਹੈ ਕਿ ਜਿਹੜੀ ਸਰਕਾਰ ਕਹਿੰਦੀ ਸੀ ਕਿ ਖੇਤੀ ਕਾਨੂੰਨ ਜੋ ਅਸੀਂ ਲਿਆਂਦੇ ਆ ਉਹ ਪੂਰੀ ਤਰ੍ਹਾਂ ਸਹੀ ਆ, ਪੂਰੀ ਤਰ੍ਹਾਂ ਕਿਸਾਨਾਂ ਦੇ ਫਾਇਦੇ ਵਿੱਚ ਆ, ਉਹੀ ਸਰਕਾਰ ਹੁਣ ਉਹਨਾਂ ਖੇਤੀ ਕਾਨੂੰਨਾਂ ਬਾਰੇ ਸੋਚਣ ਉੱਤੇ ਮਜਬੂਰ ਹੋ ਗਈ ਹੈ। ਹੁਣ ਕਿਉਂਕਿ ਇਹ ਅੰਦੋਲਨ ਬਹੁਤ ਤਾਕਤਵਰ ਹੁੰਦਾ ਜਾ ਰਿਹਾ ਹੈ, ਸਰਕਾਰ ਦੇ ਨੱਕ ਦਮ ਕਰ ਰਿਹਾ ਹੈ, ਇਸ ਲਈ ਇਸ ਨੂੰ ਰੋਕਣ ਲਈ, ਠੰਡਾ ਕਰਨ ਦੇ ਲਈ, ਇਹਨੂੰ ਬਦਨਾਮ ਕਰਨ ਲਈ, ਇਹਨੂੰ ਖਰਾਬ ਕਰਨ ਲਈ ਸਾਜ਼ਿਸ਼ਾਂ ਵੀ ਨਾਲੋਂ ਨਾਲ ਹੋ ਰਹੀਆਂ ਨੇ। ਸਰਕਾਰਾਂ ਤਾਂ ਚਾਹੁੰਦੀਆਂ ਨਹੀਂ ਕਿ ਇਹ ਅੰਦੋਲਨ ਅੱਗੇ ਵਧੇ, ਤਾਕਤਵਰ ਹੋਵੇ। ਨਾਲ ਦੀ ਨਾਲ ਸਰਕਾਰਾਂ ਦਾ ਸਾਥ ਦੇ ਰਿਹਾ ਦੇਸ਼ ਦਾ ਮੀਡੀਆ, ਜਾਂ ਜਿਹਨੂੰ ਗੋਦੀ ਮੀਡੀਆ ਵੀ ਕਹਿੰਦੇ ਆ। ਕੇਂਦਰ ਸਰਕਾਰ ਵੱਲੋਂ ਗੱਲਬਾਤ ਦੇ ਦੌਰ ਚਲਾਏ ਜਾ ਰਹੇ ਨੇ, ਕਿਸਾਨਾਂ ਨੂੰ ਵਾਰ-ਵਾਰ ਗੱਲਬਾਤ ਦੇ ਲਈ ਸੱਦਿਆ ਜਾਂਦਾ ਰਿਹਾ। ਪਰ ਇੱਕ ਗੱਲ ਸੋਚਣ ਵਾਲੀ ਹੈ, ਗੱਲਬਾਤ ਤਾਂ ਉੱਥੇ ਹੁੰਦੀ ਹੈ ਜਿੱਥੇ ਕਿਸੇ ਮੁੱਦੇ ਉੱਤੇ ਦੋਵਾਂ ਧਿਰਾਂ ਸਹਿਮਤ ਨਾ ਹੋਣ। ਪਰ ਇੱਥੇ ਕਿਸਾਨਾਂ ਦੀ ਮੰਗ ਸਪਸ਼ਟ ਆ ਕਿ ਖੇਤੀ ਕਾਨੂੰਨ ਵਾਪਸ ਲਏ ਜਾਣ। ਉੱਤੋਂ ਕੇਂਦਰ ਸਰਕਾਰ ਵਾਲੇ ਹਾਲੇ ਵੀ ਕਿਸਾਨਾਂ ਨੂੰ ਇਹ ਸਮਝਾਉਣ ਤੇ ਲੱਗੇ ਹੋਏ ਆ ਕਿ ਇਹ ਕਾਨੂੰਨ ਤੁਹਾਡੇ ਫਾਇਦੇ ਲਈ ਹੈ, ਇਹਦੇ ਵਿੱਚ ਫਾਇਦੇ ਹੀ ਫਾਇਦੇ ਆ, ਬਹੁਤ ਵਧੀਆ ਚੀਜ਼ ਹੈ। ਇਸ ਲਈ ਕੇਂਦਰ ਵੱਲੋਂ ਵਾਰ-ਵਾਰ ਕਮੇਟੀਆਂ ਬਣਾਉਣ ਦੀ ਵੀ ਗੱਲ ਪੇਸ਼ਕਸ਼ ਕੀਤੀ ਜਾਂਦੀ ਰਹੀ ਹੈ। ਪਰ ਚੇਤੇ ਰੱਖਿਓ ਕਿ ਸਾਡੇ ਦੇਸ਼ ਵਿੱਚ ਕਮੇਟੀਆਂ ਤਾਂ ਬਣਦੀਆਂ ਰਹਿੰਦੀਆਂ, ਆਏ ਦਿਨ ਕੋਈ ਨਾ ਕੋਈ ਕਮੇਟੀ ਬਣਦੀ ਹੈ। ਕਮੇਟੀਆਂ ਨੇ ਅੱਜ ਤੱਕ ਕਿਸੇ ਵੱਡੇ ਮਸਲੇ ਦਾ ਹੱਲ ਨਹੀਂ ਕੀਤਾ, ਸਗੋਂ ਕਮੇਟੀਆਂ ਮਾਮਲੇ ਨੂੰ ਠੰਡਾ ਪਾਉਣ ਦੇ ਲਈ ਬਣਾਈਆਂ ਜਾਂਦੀਆਂ। ਸੋ ਇਹ ਤਜਵੀਜ਼ ਕਿਸਾਨਾਂ ਨੇ ਠੁਕਰਾ ਕੇ ਉਸੇ ਦਿਨ ਆਪਣੇ ਇਰਾਦੇ ਜ਼ਾਹਰ ਕਰ ਦਿੱਤੇ ਸੀ ਕਿ ਇਸ ਵਾਰ ਉਹ ਸਰਕਾਰ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਸਰਕਾਰ ਆਪਣੇ ਤਰੀਕੇ ਨਾਲ ਅੰਦੋਲਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੇਸ਼ ਦਾ ਵਿਕਾਊ ਮੀਡੀਆ, ਜਿਹਨੂੰ ਗੋਦੀ ਮੀਡੀਆ ਵੀ ਆਪਾਂ ਕਹਿੰਦੇ ਆ, ਉਹਨੇ ਵੀ ਪੂਰਾ ਜ਼ੋਰ, ਟਿੱਲ ਦਾ ਜ਼ੋਰ ਲਾਇਆ ਹੋਇਆ। ਅੱਡੀਆਂ ਚੱਕ ਕੇ ਮੀਡੀਆ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਉੱਤੇ ਲੱਗਾ ਹੋਇਆ। ਤਰ੍ਹਾਂ ਤਰ੍ਹਾਂ ਦੇ ਘਟੀਆ ਸਵਾਲ ਗੋਦੀ ਮੀਡੀਆ ਕਿਸਾਨਾਂ ਉੱਪਰ ਲਗਾਤਾਰ ਖੜੇ ਕਰ ਰਿਹਾ ਹੈ। ਕਦੀ ਕਿਸਾਨਾਂ ਨੂੰ ਕਹਿੰਦਾ ਕਿ ਵੱਖਵਾਦੀ ਹੈ, ਕਦੀ ਕਹਿੰਦਾ ਕਿ ਵਿਚੋਲੀਏ ਲੋਕਾਂ ਦਾ ਅੰਦੋਲਨ ਹੈ, ਕਦੀ ਕਹਿੰਦੇ ਕਿ ਜਾਲੀ ਕਿਸਾਨ ਨੇ, ਕਦੀ ਕਹਿੰਦੇ ਕਿ ਇਹਨਾਂ ਨੂੰ ਵਿਰੋਧੀ ਪਾਰਟੀਆਂ ਨੇ ਉਕਸਾਇਆ ਆ, ਇਹ ਕਿਸੇ ਦੀ ਚੁੱਕ ਵਿੱਚ ਆ ਕੇ ਅੰਦੋਲਨ ਕਰ ਰਹੇ ਆ। ਕਦੀ ਪੁੱਛਦੇ ਆ ਕਿ ਇਹਨਾਂ ਕਿਸਾਨਾਂ ਨੂੰ ਫੰਡਿੰਗ ਕਿੱਥੋਂ ਹੋ ਰਹੀ, ਇਹਨਾਂ ਕੋਲ ਅੰਦੋਲਨ ਕਰਨ ਲਈ ਪੈਸਾ ਕਿੱਥੋਂ ਆ ਰਿਹਾ। ਇਹੋ ਜਿਹੇ ਸਵਾਲ ਬਿਨਾਂ ਕਿਸੇ ਸਬੂਤ ਦੇ ਮੀਡੀਆ ਲਗਾਤਾਰ ਖੜੇ ਕਰ ਰਿਹਾ ਹੈ। ਪਰ ਇਸੇ ਮੀਡੀਆ ਨੂੰ ਅਸੀਂ ਇਹ ਜ਼ਰੂਰ ਪੁੱਛਣਾ ਚਾਹਾਂਗੇ ਕਿ ਜਦੋਂ ਇਹੀ ਕਿਸਾਨ ਕਰੋਨਾ ਦੇ ਟਾਈਮ 'ਤੇ ਲੰਗਰ ਲਾਉਂਦੇ ਸੀ ਜਾਂ ਹੋਰਨਾਂ ਲੋਕਾਂ ਦੀ ਮਦਦ ਕਰ ਰਹੇ ਸੀ, ਉਦੋਂ ਕਿਸੇ ਨੇ ਨਹੀਂ ਪੁੱਛਿਆ ਕਿ ਇਹਨਾਂ ਕਿਸਾਨਾਂ ਨੂੰ ਫੰਡਿੰਗ ਕਿੱਥੋਂ ਆਉਂਦੀ ਹੈ, ਇਹਨਾਂ ਲੋਕਾਂ ਕੋਲ ਫੰਡਿੰਗ ਕਿੱਥੋਂ ਆਉਂਦੀ ਹੈ। ਹੁਣ ਇੱਥੇ ਇੱਕ ਹੋਰ ਬਹੁਤ ਜ਼ਰੂਰੀ ਨੁਕਤਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ।
9 ਸਾਲ ਪਿੱਛੇ ਜਾਈਏ, ਸਾਲ 2011 ਦੇ ਵਿੱਚ ਇਸੇ ਦਿੱਲੀ ਅੰਦਰ ਅੰਨਾ ਹਜ਼ਾਰੇ ਨੇ ਕਰਪਸ਼ਨ ਦੇ ਖਿਲਾਫ, ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਮੁਹਿੰਮ ਚਲਾਈ ਸੀ। ਇਸੇ ਤਰ੍ਹਾਂ ਇੱਕ ਅੰਦੋਲਨ ਸ਼ੁਰੂ ਕੀਤਾ ਸੀ। ਉਸ ਵੇਲੇ ਵੀ ਮੀਡੀਆ ਵਿਕਾਊ ਸੀ, ਪਰ ਇਸੇ ਵਿਕਾਊ ਮੀਡੀਆ ਨੇ ਉਸ ਵੇਲੇ ਉਸ ਅੰਦੋਲਨ ਦਾ ਬੜਾ ਸਾਥ ਦਿੱਤਾ ਸੀ ਅਤੇ ਉਸ ਵੇਲੇ ਸਰਕਾਰ ਕਿਸੇ ਹੋਰ ਪਾਰਟੀ ਦੀ ਸੀ, ਪ੍ਰਧਾਨ ਮੰਤਰੀ ਕੋਈ ਹੋਰ ਸੀ। ਉਸ ਵੇਲੇ ਇਹੀ ਮੀਡੀਆ ਉਸ ਸਰਕਾਰ ਨੂੰ ਅਤੇ ਪ੍ਰਧਾਨ ਮੰਤਰੀ ਨੂੰ ਘੇਰਦਾ ਸੀ ਅਤੇ ਅੰਦੋਲਨ ਵਿੱਚ ਪੂਰਾ ਸਾਥ ਦੇ ਰਿਹਾ ਸੀ, ਪੂਰੀ ਹਮਾਇਤ ਦੇ ਰਿਹਾ ਸੀ। ਉਸ ਵੇਲੇ ਇਸ ਮੀਡੀਆ ਨੇ ਅੰਦੋਲਨ ਉੱਤੇ ਕਿਸੇ ਵੀ ਕਿਸਮ ਦਾ ਕੋਈ ਸਵਾਲ ਨਹੀਂ ਸੀ ਖੜਾ ਕੀਤਾ। ਹੁਣ ਉਹੀ ਮੀਡੀਆ ਬਿਨਾਂ ਕਿਸੇ ਸਬੂਤ ਦੇ, ਕਿਸੇ ਇਸ਼ਾਰੇ ਉੱਤੇ ਕਿਸਾਨਾਂ ਨੂੰ ਲਗਾਤਾਰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਇਹਨਾਂ ਦੀ ਇਹ ਕੋਸ਼ਿਸ਼ ਹੁਣ ਤੱਕ ਵੀ ਨਾਕਾਮ ਹੀ ਸਾਬਤ ਹੋਈ ਹੈ, ਕਿਉਂਕਿ ਲੋਕ ਲਗਾਤਾਰ ਕਿਸਾਨਾਂ ਦੇ ਨਾਲ ਜੁੜ ਰਹੇ ਨੇ, ਕਿਸਾਨਾਂ ਦਾ ਸਮਰਥਨ ਕਰ ਰਹੇ ਨੇ। ਉਹਨਾਂ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਕਿਸਾਨ ਸਿਰਫ ਆਪਣੇ ਲਈ ਨਹੀਂ ਲੜ ਰਿਹਾ, ਉਹ ਦੇਸ਼ ਦੇ ਸਾਰੇ ਨਾਗਰਿਕਾਂ ਦੇ ਭਵਿੱਖ ਲਈ ਲੜ ਰਿਹਾ ਹੈ। ਕਿਉਂਕਿ ਕਿਸਾਨਾਂ ਮੁਤਾਬਕ ਇੱਕ ਵਾਰੀ ਨਵੇਂ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਨਾ ਸਿਰਫ ਖੇਤੀ ਕਿਸਾਨਾਂ ਦੇ ਹੱਥੋਂ ਖਿਸਕੇਗੀ, ਸਗੋਂ ਦੇਸ਼ ਦੇ ਲੋਕਾਂ ਨੂੰ ਵੀ ਮਹਿੰਗਾਈ ਦਾ ਵੱਡੇ ਪੱਧਰ ਉੱਤੇ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਹੋਰ ਸਵਾਲ ਲਗਾਤਾਰ ਅੰਦੋਲਨ ਦੇ ਦੋਖੀਆਂ ਵੱਲੋਂ ਖੜਾ ਕੀਤਾ ਜਾ ਰਿਹਾ। ਅੰਦੋਲਨ ਦੇ ਖਿਲਾਫ ਬੋਲਣ ਵਾਲੇ ਲੋਕ ਇੱਕ ਸਵਾਲ ਵਾਰ-ਵਾਰ ਪੁੱਛਦੇ ਰਹੇ ਨੇ ਕਿ ਸਿਰਫ ਪੰਜਾਬ ਦੇ ਕਿਸਾਨ ਹੀ ਅੰਦੋਲਨ ਕਿਉਂ ਕਰ ਰਹੇ, ਬਾਕੀ ਦੇਸ਼ ਦੇ ਕਿਸਾਨ ਕਿਉਂ ਨਹੀਂ ਬੋਲਦੇ। ਹਾਲਾਂਕਿ ਇਹ ਸਵਾਲ ਹੁਣ ਬੇਕਾਰ ਹੋ ਚੁੱਕਾ ਹੈ, ਕਿਉਂਕਿ ਸਾਰੇ ਸੂਬਿਆਂ ਦੇ ਕਿਸਾਨ ਅੰਦੋਲਨ ਵਿੱਚ ਸ਼ਮੂਲੀਅਤ ਕਰ ਚੁੱਕੇ ਆ। ਇਹ ਸਵਾਲ ਮੂੰਹ ਦੇ ਮੂੰਹ ਡਿੱਗ ਚੁੱਕਾ ਹੈ, ਪਰ ਫਿਰ ਵੀ ਇਹਦਾ ਜਵਾਬ ਦੇਣਾ ਬੇहद ਜ਼ਰੂਰੀ ਹੈ ਤਾਂ ਜੋ ਲੋਕ ਨਹੀਂ ਸਮਝਦੇ ਜਾਂ ਜਾਣ-ਬੁੱਝ ਕੇ ਸਮਝਣਾ ਨਹੀਂ ਚਾਹੁੰਦੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ। ਪੰਜਾਬ ਅਤੇ ਹਰਿਆਣਾ ਉਹ ਸੂਬੇ ਆ ਜਿਨ੍ਹਾਂ ਵਿੱਚ ਖੇਤੀ ਪ੍ਰਮੁੱਖ ਤੌਰ ਉੱਤੇ ਹੁੰਦੀ ਹੈ। ਦੇਸ਼ ਦੇ ਸਭ ਤੋਂ ਮੂਹਰੀ ਸੂਬੇ ਖੇਤੀ ਵਿੱਚ ਇਹੀ ਮੰਨੇ ਜਾਂਦੇ ਆ। ਦੂਜੀ ਗੱਲ, MSP ਦਾ ਸਭ ਤੋਂ ਜ਼ਿਆਦਾ ਫਾਇਦਾ ਪੰਜਾਬ ਅਤੇ ਹਰਿਆਣਾ ਨੇ ਹੀ ਕਿਸਾਨਾਂ ਨੂੰ ਦਿੱਤਾ ਹੈ ਅਤੇ ਇੱਥੇ ਹੀ MSP ਦੀ ਸਭ ਤੋਂ ਜ਼ਿਆਦਾ ਵਰਤੋਂ ਹੋਈ ਹੈ। ਅਤੇ ਇੱਕ ਹੋਰ ਗੱਲ ਹੈ, ਜਦੋਂ ਦੇਸ਼ ਵਿੱਚ ਹਰੀ ਕ੍ਰਾਂਤੀ, ਗ੍ਰੀਨ ਰੈਵੋਲੂਸ਼ਨ 90 ਦੇ ਦਹਾਕੇ ਵਿੱਚ ਲਿਆਉਣਾ ਸੀ ਤਾਂ ਉਦੋਂ ਵੀ ਪੰਜਾਬ ਅਤੇ ਹਰਿਆਣਾ ਨੂੰ ਹੀ ਚੁਣਿਆ ਗਿਆ ਸੀ। ਉਸ ਵੇਲੇ ਕਿਸੇ ਨੇ ਇਹ ਨਹੀਂ ਕਿਹਾ ਕਿ ਪੰਜਾਬ ਹੀ ਕਿਉਂ, ਹਰਿਆਣਾ ਹੀ ਕਿਉਂ, ਇੱਥੇ ਹੀ ਕਿਉਂ, ਦੇਸ਼ ਦੇ ਹੋਰਨਾਂ ਸੂਬਿਆਂ 'ਚ ਕਿਉਂ ਨਹੀਂ। ਜਿਹੜੇ ਸੂਬਿਆਂ ਦੇ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦੇ ਆ, ਜੇ ਉਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਆ ਤਾਂ ਉਹਨਾਂ ਦੀ ਗੱਲ ਵੀ ਸੁਣੀ ਜਾਣੀ ਚਾਹੀਦੀ ਆ। ਇਹ ਨਹੀਂ ਕਹਿਣਾ ਚਾਹੀਦਾ ਕਿ ਇਹੀ ਕਿਉਂ ਉੱਠੇ, ਕਿਉਂਕਿ ਢਿੱਡ ਵੀ ਇਹੀ ਭਰਦੇ ਆ। ਅਤੇ ਜੇ ਇਹਨਾਂ ਗੱਲਾਂ ਤੋਂ ਵੀ ਕੋਈ ਸੰਤੁਸ਼ਟ ਨਹੀਂ ਹੁੰਦਾ, ਤੁਹਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ, ਇਤਿਹਾਸ ਪੜ੍ਹ ਕੇ ਵੇਖ ਲੈਣਾ ਚਾਹੀਦਾ ਹੈ ਕਿ ਪੰਜਾਬ ਦੀ ਪਵਿੱਤਰ ਧਰਤੀ ਤੋਂ ਹੀ ਹਰ ਕਿਸਮ ਦੀ ਕ੍ਰਾਂਤੀ ਸ਼ੁਰੂ ਹੋਈ ਹੈ। ਇਹ ਧਰਤੀ ਦੇ ਵਿੱਚ ਕੁਝ ਐਸੀ ਗੱਲ ਹੈ ਕਿ ਇੱਥੋਂ ਹੀ ਮੋਰਚੇ ਲੱਗਦੇ ਰਹੇ ਨੇ, ਅੰਦੋਲਨ ਹੁੰਦੇ ਰਹੇ ਨੇ, ਕ੍ਰਾਂਤੀਆਂ ਉੱਠਦੀਆਂ ਰਹੀਆਂ ਨੇ। ਹੁਣ ਇਸ ਵੇਲੇ ਦਿੱਲੀ ਦਾ ਨਜ਼ਾਰਾ ਕੀ ਹੈ ਕਿ ਉੱਥੇ ਕਿਸਾਨਾਂ ਨੇ ਪੱਕੇ ਤੌਰ 'ਤੇ ਡੇਰੇ ਲਾਏ ਹੋਏ ਨੇ। ਮੌਸਮ ਜਿਵੇਂ ਦਾ ਮਰਜ਼ੀ ਹੋਵੇ, ਠੰਡ ਪੈ ਰਹੀ ਹੈ, ਠੰਡ ਹੋਰ ਵਧਣੀ ਹੈ, ਇਹਦੇ ਬਾਵਜੂਦ ਕਿਸਾਨ ਪੂਰੀ ਤਿਆਰੀ ਕਰਕੇ ਆਪਣੇ ਘਰ-ਬਾਰ ਛੱਡ ਕੇ ਵਰਦੀ ਠੰਡ ਵਿੱਚ ਦਿੱਲੀ ਜਾ ਕੇ ਡੇਰੇ ਲਾ ਕੇ ਬੈਠੇ ਨੇ। ਇੱਕ ਵਾਰੀ ਉਹਨਾਂ ਦੇ ਨਾਲ ਇੱਕ ਦਿਨ ਰਹਿ ਕੇ ਵੇਖ ਲਓ, ਹਰ ਕਿਸੇ ਨੂੰ ਸਮਝ ਆ ਜਾਂਦਾ ਹੈ ਕਿ ਅੰਦੋਲਨ ਕਿੰਨਾ ਸੱਚਾ ਸੁੱਚਾ ਅਤੇ ਪਵਿੱਤਰ ਹੈ। ਇਸ ਲਈ ਇਸ ਅੰਦੋਲਨ ਉੱਤੇ ਸਵਾਲ ਖੜੇ ਕਰਨਾ, ਜਾਂ ਇਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨਾ, ਜਾਂ ਇਹਦੇ ਉੱਪਰ ਜ਼ੁਲਮ ਕਰਨਾ, ਜਿਵੇਂ ਕਿ ਕਿਸਾਨਾਂ ਦੇ ਉੱਪਰ, ਬਜ਼ੁਰਗ ਕਿਸਾਨਾਂ ਦੇ ਉੱਪਰ ਲਾਠੀਆਂ ਪੈਂਦੀਆਂ ਵੀ ਅਸੀਂ ਵੇਖੀਆਂ, ਇਹੋ ਜਿਹਾ ਜ਼ੁਲਮ ਇਸ ਅੰਦੋਲਨ ਨੂੰ ਹੋਰ ਤੇਜ਼ ਕਰੂਗਾ। ਕਿਉਂਕਿ ਸਰਕਾਰਾਂ ਨੂੰ ਤੇ ਪ੍ਰਸ਼ਾਸਨ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹੋ ਜਿਹਾ ਅੰਦੋਲਨ ਜ਼ੁਲਮ ਨਾਲ ਦਬਾਇਆ ਨਹੀਂ ਜਾ ਸਕਦਾ। ਇਹਦੀ ਇੱਕ ਮਿਸਾਲ ਤੁਸੀਂ ਉਦੋਂ ਵੀ ਵੇਖੀ ਸੀ ਜਦੋਂ ਵਾਟਰ ਕੈਨਨਸ, ਪਾਣੀ ਦੀਆਂ ਬੁਛਾੜਾਂ ਕਿਸਾਨਾਂ ਉੱਪਰ ਛੱਡੀਆਂ ਜਾ ਰਹੀਆਂ ਸੀ ਠੰਡ ਦੇ ਵਿੱਚ। ਉਸ ਦਿਨ ਠੰਡ ਵੀ ਬਹੁਤ ਸੀ। ਉਸੇ ਦੌਰਾਨ ਇੱਕ ਨੌਜਵਾਨ ਵਾਟਰ ਕੈਨਨ ਵਾਲੀ ਗੱਡੀ ਤੇ ਚੜ੍ਹ ਕੇ ਗੱਡੀ ਦਾ ਮੁੱਖ, ਪਾਣੀ ਦੀ ਬੁਛਾੜ ਦਾ ਮੁੱਖ ਉਹਨੇ ਮੋੜ ਦਿੱਤਾ ਸੀ ਅਤੇ ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ। ਇਹੋ ਜਿਹੀਆਂ ਬਹਾਦਰੀਆਂ ਜ਼ੁਲਮ ਦੇ ਵਿੱਚੋਂ ਹੀ ਨਿਕਲਦੀਆਂ ਹੁੰਦੀਆਂ। ਚੰਗੀ ਗੱਲ ਇਹ ਹੈ ਕਿ ਬਾਕੀ ਸੂਬਿਆਂ ਦੇ ਕਿਸਾਨ ਵੀ ਇਸ ਅੰਦੋਲਨ ਵਿੱਚ, ਦਿੱਲੀ ਵਿੱਚ ਪੰਜਾਬੀ ਅਤੇ ਹਰਿਆਣਵੀ ਕਿਸਾਨ ਦੇ ਨਾਲ ਹੁਣ ਖੜੇ ਹੋ ਗਏ ਨੇ। ਨਾਲ ਦੀ ਨਾਲ ਦਿੱਲੀ ਦੇ ਲੋਕ ਵੀ ਹੁਣ ਇਸ ਗੱਲ ਨੂੰ ਸਮਝਣ ਲੱਗੇ ਆ ਕਿ ਕਿਸਾਨ ਸਾਡੇ ਲਈ ਲੜ ਰਿਹਾ, ਸਾਡੇ ਭਵਿੱਖ ਲਈ ਲੜ ਰਿਹਾ ਅਤੇ ਦਿੱਲੀ ਦੇ ਲੋਕਾਂ ਦੀ ਵੀ ਸ਼ਮੂਲੀਅਤ ਇਹਦੇ ਵਿੱਚ ਹੋ ਰਹੀ ਹੈ। ਨਾਲ ਦੀ ਨਾਲ ਬਹੁਤ ਸਾਰੇ ਪਾਸਿਓਂ ਕਿਸਾਨਾਂ ਲਈ ਸਹਾਇਤਾ ਅਤੇ ਮਦਦ ਵੀ ਲਗਾਤਾਰ ਪਹੁੰਚ ਰਹੀ ਹੈ। ਦੇਸ਼ ਦੇ ਲੋਕਾਂ ਦਾ ਇਹੀ ਭਾਈਚਾਰਾ, ਸਾਰੇ ਧਰਮਾਂ ਦੇ, ਸਾਰੇ ਜਾਤੀਆਂ ਦੇ ਲੋਕ ਜਦੋਂ ਇਕੱਠੇ ਹੋ ਕੇ ਕਿਸਾਨਾਂ ਦਾ ਸਾਥ ਦੇਣਗੇ ਤਾਂ ਇੱਕ ਬਹੁਤ ਵਧੀਆ ਦੇਸ਼ ਸਿਰਜਣ ਵੱਲ ਇੱਕ ਕਦਮ ਵੀ ਪੁੱਟਿਆ ਜਾ ਸਕਦਾ ਹੈ। ਸਰਕਾਰਾਂ ਜੋ ਕਿ ਹਮੇਸ਼ਾ ਲੋਕਾਂ ਨੂੰ ਲੜਾਉਂਦੀਆਂ ਰਹੀਆਂ ਨੇ, ਜਦੋਂ ਲੋਕ ਇਕੱਠੇ ਹੋਣਗੇ, ਭਾਈਚਾਰਾ ਬਣੂਗਾ ਤਾਂ ਇਹ ਵੀ ਦੇਸ਼ ਲਈ ਇੱਕ ਬਹੁਤ ਵਧੀਆ ਚੀਜ਼ ਹੋਊਗੀ। ਹੁਣ 5 ਵਾਰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋ ਚੁੱਕੀ ਹੈ, ਪਰ ਗੱਲਬਾਤ ਵਿੱਚੋਂ ਕਦੇ ਵੀ ਕੁਝ ਨਹੀਂ ਨਿਕਲਿਆ। ਅੱਗੇ ਵੀ ਹੁਣ ਕਿਸਾਨ ਅੰਦੋਲਨ ਦਾ ਭਵਿੱਖ ਇਸੇ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਕਿਸਾਨਾਂ ਨੇ ਜੋ ਆਪਣਾ ਸਟੈਂਡ ਹੁਣ ਤੱਕ ਲਗਾਤਾਰ ਬਣਾ ਕੇ ਰੱਖਿਆ, ਉਸ ਨੂੰ ਅੱਗੇ ਵੀ ਇਸੇ ਤਰ੍ਹਾਂ ਬਰਕਰਾਰ ਰੱਖਣ। ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ 30, 35, 40 ਜਿੰਨੇ ਵੀ ਨੇ, ਜੋ ਮੂਹਰੇ ਹੋ ਕੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਕਰਨ ਜਾਂਦੇ ਨੇ, ਉਹਨਾਂ ਦੇ ਉੱਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਕਿਉਂਕਿ ਸਰਕਾਰ ਨੇ ਹਰ ਇੱਕ ਕਿਸਾਨਾਂ ਨਾਲ ਗੱਲ ਕਰਨੀ ਨਹੀਂ, ਸਰਕਾਰ ਨੇ ਕੁਝ ਚੋਣਵੇਂ ਆਗੂਆਂ ਦੇ ਨਾਲ ਗੱਲ ਕਰਨੀ ਹੈ। ਉਹਨਾਂ ਚੋਣਵੇਂ ਆਗੂਆਂ ਦੀ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੈ, ਜਿਨ੍ਹਾਂ ਨੇ
ਕੇਂਦਰ ਸਰਕਾਰ ਦੇ ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ ਗੱਲ ਕਰਨ ਲਈ ਮੂਹਰੇ ਹੋਣਾ ਹੈ, ਕਿਉਂਕਿ ਉਹਨਾਂ ਆਗੂਆਂ ਦਾ ਆਪਣੇ ਸਟੈਂਡ ਉੱਪਰ ਟਿਕੇ ਰਹਿਣਾ ਬੇहद ਜ਼ਰੂਰੀ ਹੈ। ਅਕਸਰ ਅਸੀਂ ਵੇਖਿਆ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸੇ ਵੀ ਅੰਦੋਲਨ ਨੂੰ ਕਮਜ਼ੋਰ ਕਰਨਾ ਹੋਵੇ ਤਾਂ ਉਹਦੇ ਆਗੂਆਂ ਨੂੰ ਜਾਂ ਤਾਂ ਆਪਸ ਵਿੱਚ ਲੜਾ ਦਿੱਤਾ ਜਾਂਦਾ ਹੈ ਜਾਂ ਉਹਨਾਂ ਵਿੱਚੋਂ ਕੁਝ ਨੂੰ ਆਪਣੇ ਵੱਲ ਖਿੱਚ ਲਿਆ ਜਾਂਦਾ ਹੈ, ਖਰੀਦ ਲਿਆ ਜਾਂਦਾ ਹੈ। ਬਹੁਤ ਸਾਰੀਆਂ ਇਹੋ ਜਿਹੀਆਂ ਚਾਲਾਂ ਅਤੇ ਕਾਰਵਾਈਆਂ ਤਾਕਤਵਰ ਧਿਰਾਂ ਵੱਲੋਂ ਹੁੰਦੀਆਂ ਨੇ, ਐਤਕੀ ਵੀ ਹੋ ਸਕਦੀਆਂ। ਇਸ ਲਈ ਕਿਸਾਨ ਆਗੂਆਂ ਨੂੰ ਸੁਚੇਤ ਰਹਿਣਾ ਪੈਣਾ, ਚੌਕੰਨੇ ਰਹਿਣਾ ਪੈਣਾ ਕਿ ਉਹ ਆਪਣੇ ਸਟੈਂਡ ਉੱਤੇ ਕਾਇਮ ਰਹਿਣ। ਜੋ ਲੋਕ ਅੰਦੋਲਨ ਵਿੱਚ ਉਹਨਾਂ ਦੇ ਨਾਲ ਆਏ ਆ ਉਹਨਾਂ ਦੇ ਭਾਵਨਾਵਾਂ ਦੀ ਕਦਰ ਕਰਨ ਅਤੇ ਜੋ ਉਹ ਚਾਹੁੰਦੇ ਆ ਉਸੇ ਮੁਤਾਬਕ ਫੈਸਲਾ ਲਿਆ ਜਾਵੇ। ਇਸ ਲਈ ਜਿਹੜੇ ਵੀ ਆਗੂ ਸਰਕਾਰ ਨਾਲ ਗੱਲਬਾਤ ਕਰਨ ਜਾਂਦੇ ਆ ਉਹਨਾਂ ਦਾ ਟਿਕੇ ਰਹਿਣਾ ਬੇहद ਜ਼ਰੂਰੀ ਹੈ। ਜੇ ਉਹਨਾਂ ਵਿੱਚੋਂ ਇੱਕ ਅੱਧਾ ਵੀ ਆਪਣੀ ਗੱਲ ਤੋਂ ਥਿੜਕ ਗਿਆ ਜਾਂ ਕੇਂਦਰ ਦੀਆਂ ਗੱਲਾਂ ਵਿੱਚ ਆ ਗਿਆ ਜਾਂ ਵਿਕ ਗਿਆ ਤਾਂ ਇਹ ਅੰਦੋਲਨ ਉਖੜ ਵੀ ਸਕਦਾ ਹੈ। ਇੱਕ ਹੋਰ ਚੀਜ਼ ਤੋਂ ਸਾਨੂੰ ਸਾਰਿਆਂ ਨੂੰ ਬਹੁਤ ਚੰਗੀ ਤਰ੍ਹਾਂ ਚੌਕੰਨੇ ਰਹਿਣਾ ਪੈਣਾ ਕਿ ਇਸ ਅੰਦੋਲਨ ਨੂੰ ਤਾਰ ਪੀਡੋ ਕਰਨ ਦੇ ਲਈ, ਇਹਨੂੰ ਰੋਕਣ ਦੇ ਲਈ, ਇਹਨੂੰ ਖੜਾ ਕਰਨ ਦੇ ਲਈ ਇੱਕ ਬਹੁਤ ਵੱਡਾ ਹਥਿਆਰ ਹਾਲੇ ਪਿਆ ਹੈ। ਉਹ ਹਥਿਆਰ ਹੈ ਕਰੋਨਾ। ਕਰੋਨਾ ਦਾ ਨਾਂ ਲੈ ਕੇ, ਲੋਕਡਾਊਨ ਦਾ ਨਾਂ ਲੈ ਕੇ ਸ਼ਾਇਦ ਕਿਸਾਨਾਂ ਨੂੰ ਹਟਾਉਣ ਦੀ ਕਾਰਵਾਈ ਵੀ ਆਉਂਦੇ ਦਿਨਾਂ ਦੌਰਾਨ ਕੀਤੀ ਜਾ ਸਕਦੀ ਹੈ, ਕਿਉਂਕਿ ਹੋਰ ਹਰ ਹੀਲਾ ਵਸੀਲਾ ਉਹਨਾਂ ਨੇ ਵਰਤ ਕੇ ਵੇਖ ਲਿਆ। ਕਿਸਾਨ ਅੰਦੋਲਨ ਤਕੜਾ ਹੀ ਹੋਇਆ। ਇਹਨੂੰ ਰੋਕਣ ਦੇ ਲਈ ਕਰੋਨਾ ਦਾ ਹਥਿਆਰ ਵੀ ਵਰਤਿਆ ਜਾ ਸਕਦਾ ਕਿ ਕਰੋਨਾ ਫੈਲ ਗਿਆ ਜੀ ਅਤੇ ਤੁਸੀਂ ਹੁਣ ਵਾਪਸ ਜਾਓ। ਸੋ ਇਹਦੇ ਲਈ ਕਿਸਾਨਾਂ ਨੂੰ ਰਣਨੀਤੀ ਹੁਣੇ ਹੀ ਬਣਾ ਕੇ ਰੱਖਣੀ ਚਾਹੀਦੀ ਹੈ। ਕੁਝ ਦਿਨ ਪਹਿਲਾਂ ਹੈਦਰਾਬਾਦ ਦੇ ਵਿੱਚ ਚੋਣਾਂ ਹੋ ਕੇ ਹਟੀਆਂ, ਉੱਥੇ ਬਹੁਤ ਵੱਡੀਆਂ ਰੈਲੀਆਂ ਹੋਈਆਂ, ਉਦੋਂ ਕਰੋਨਾ ਦਾ ਨਾਂ ਕਿਸੇ ਨੇ ਨਹੀਂ ਲਿਆ। ਇਸੇ ਤਰ੍ਹਾਂ ਬਿਹਾਰ ਵਿੱਚ ਅਸੈਂਬਲੀ ਚੋਣਾਂ ਹੋ ਕੇ ਹਟੀਆਂ, ਲੱਖਾਂ ਦੀਆਂ ਰੈਲੀਆਂ ਹੋਈਆਂ, ਭੀੜ ਇਕੱਠੀ ਕੀਤੀ ਗਈ ਇਹਨਾਂ ਹੀ ਸਿਆਸੀ ਪਾਰਟੀਆਂ ਵੱਲੋਂ, ਉਦੋਂ ਕਿਸੇ ਨੇ ਕਰੋਨਾ ਦਾ ਜ਼ਿਕਰ ਨਹੀਂ ਕੀਤਾ। ਪਰ ਹੁਣ ਕਿਸਾਨ ਜਦੋਂ ਆਪਣੀਆਂ ਮੰਗਾਂ ਲਈ ਜਾਨ ਤਲੀ ਉੱਤੇ ਧਰ ਕੇ ਬੈਠੇ ਨੇ ਤਾਂ ਉਹਨਾਂ ਨੂੰ ਕਰੋਨਾ ਦਾ ਨਾਂ ਲੈ ਕੇ ਵਾਪਸ ਜਾਣ ਲਈ ਕਿਹਾ ਜਾ ਸਕਦਾ। ਇਸ ਗੱਲ ਤੋਂ ਵੀ ਕਿਸਾਨਾਂ ਨੂੰ ਸੋਚ ਕੇ ਰਣਨੀਤੀ ਬਣਾਉਣੀ ਪੈਣੀ ਹੈ। ਸਿਆਸੀ ਪਾਰਟੀਆਂ ਦੇ ਬਾਰੇ ਵੀ ਸਾਨੂੰ ਚੌਕੰਨੇ ਰਹਿਣਾ ਪੈਣਾ ਹੈ, ਕਿਉਂਕਿ ਕੋਈ ਵੀ ਸਿਆਸੀ ਪਾਰਟੀ, ਕੋਈ ਵੀ ਜੋ ਕੇਂਦਰ ਸਰਕਾਰ ਆ, ਸੂਬਾ ਸਰਕਾਰ ਆ ਜਾਂ ਕੋਈ ਵੀ ਹੋਰ ਸਰਕਾਰ ਆ, ਕੋਈ ਵੀ ਹੋਰ ਪਾਰਟੀ ਆ, ਕੋਈ ਵੀ ਕਿਸਾਨਾਂ ਦੀ ਸਕੀ ਨਜ਼ਰ ਨਹੀਂ ਆ ਰਹੀ, ਕਿਉਂਕਿ ਹਰ ਪਾਰਟੀ ਕਿਸਾਨਾਂ ਦੇ ਨਾਲ ਹੋਣ ਦਾ ਦਾਅਵਾ ਕਰਦੀ ਹੈ ਪਰ ਅੰਦਰ ਖਾਤੇ ਕਿਸਾਨਾਂ ਦੇ ਨਾਲ ਵੀ ਨਜ਼ਰ ਨਹੀਂ ਆ ਰਹੀ। ਇਸੇ ਕਰਕੇ ਕਿਸਾਨਾਂ ਨੇ ਐਤਕੀ ਅੰਦੋਲਨ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਨੂੰ, ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਨੇੜੇ ਨਹੀਂ ਲੱਗਣ ਦਿੱਤਾ, ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਸਟੇਜ ਤੋਂ ਬੋਲਣ ਨਹੀਂ ਦਿੱਤਾ। ਇਸ ਤੋਂ ਸਾਫ਼ ਸਪਸ਼ਟ ਹੈ ਕਿ ਕੋਈ ਵੀ ਪਾਰਟੀ ਹੈ, ਕੇਂਦਰ ਵਾਲੀ, ਸੂਬੇ ਵਾਲੀ ਜਾਂ ਕੋਈ ਹੋਰ, ਕਿਸਾਨਾਂ ਨੂੰ ਹੁਣ ਕਿਸੇ ਉੱਪਰ ਵੀ ਭਰੋਸਾ ਨਹੀਂ ਰਿਹਾ। ਬਹੁਤ ਵਾਰੀ ਅਜ਼ਮਾ ਕੇ ਵੇਖ ਚੁੱਕੇ ਨੇ ਅਤੇ ਇਹ ਗੱਲ ਹੈ ਵੀ ਸਹੀ, ਕਿਉਂਕਿ ਕੋਈ ਵੀ ਸਿਆਸੀ ਪਾਰਟੀ ਖੁੱਲ੍ਹ ਕੇ ਕਿਸਾਨਾਂ ਦੇ ਹੱਕ ਵਿੱਚ ਨਹੀਂ ਨਿਤਰੀ ਅਤੇ ਇਹੀ ਕਾਰਨ ਹੈ ਕਿ ਅੰਦੋਲਨ ਕਾਮਯਾਬ ਵੀ ਹੋਇਆ, ਕਿਉਂਕਿ ਇਹਦੇ ਵਿੱਚ ਸਿਆਸੀ ਪਾਰਟੀ ਕੋਈ ਵੱਡੀ ਨਹੀਂ ਅਤੇ ਸਾਰਾ ਅੰਦੋਲਨ ਕਿਸਾਨਾਂ ਨੇ, ਲੋਕਾਂ ਨੇ ਆਪ ਚਲਾਇਆ। ਅਤੇ ਜਿਹੜੇ ਵੀ ਸਿਆਸੀ ਆਗੂ ਕਿਸਾਨਾਂ ਦੇ ਹੱਕ ਵਿੱਚ ਬਿਆਨ ਦੇ ਰਹੇ ਨੇ ਜਾਂ ਕੁਰਬਾਨੀਆਂ ਕਰਨ ਦੀ ਗੱਲ ਆਖ ਰਹੇ ਨੇ, ਉਹ ਸਭ ਇੱਕ ਵਿਖਾਵਾ ਹੀ ਸਾਬਤ ਹੋ ਰਿਹਾ ਹੈ। ਇਸ ਤਰ੍ਹਾਂ 2 ਮਹੀਨੇ ਪਹਿਲਾਂ ਪੰਜਾਬ ਦੀ ਪਵਿੱਤਰ ਧਰਤੀ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹੁਣ ਇੱਕ ਕ੍ਰਾਂਤੀ ਬਣ ਚੁੱਕਾ ਹੈ। ਕ੍ਰਾਂਤੀ ਇਉਂ ਬਣਿਆ ਕਿ ਇਸ ਨੇ ਦੇਸ਼ ਦੇ ਸੁੱਤੇ ਪਏ ਲੋਕਾਂ ਨੂੰ ਜਗਾ ਦਿੱਤਾ ਹੈ। ਸੁੱਤੇ ਪਏ ਲੋਕ ਇਹ ਸੋਚ ਕੇ ਸੁੱਤੇ ਪਏ ਸੀ ਕਿ ਸਰਕਾਰ ਜੋ ਮਰਜ਼ੀ ਕਰੀ ਜਾਵੇ, ਸਰਕਾਰ ਤਕੜੀ ਹੁੰਦੀ ਹੈ, ਅਸੀਂ ਕੀ ਕਰ ਸਕਦੇ ਹਾਂ, ਸਾਡੇ ਕਰਨ ਨਾਲ ਕੀ ਹੋ ਜਾਣਾ, ਸਾਡੇ ਸੋਚਣ ਨਾਲ ਕੀ ਹੋ ਜਾਣਾ। ਕਿਸਾਨਾਂ ਨੇ ਸਾਬਤ ਕਰਤਾ ਕਿ ਜੇ ਤੁਸੀਂ ਆਪਣੇ ਹੱਕਾਂ ਲਈ, ਆਪਣੇ ਮੰਗਾਂ ਲਈ ਖੜੇ ਹੋਵੋਗੇ, ਚੰਗੀ ਤਰ੍ਹਾਂ ਦ੍ਰਿੜ ਹੋਵੋਗੇ ਤਾਂ ਤੁਸੀਂ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਸਕਦੇ ਹਾਂ। ਆਪਣੇ ਹੱਕਾਂ ਖਾਤਰ ਤਕੜੀ ਤੋਂ ਤਕੜੀ ਸਰਕਾਰ ਦੇ ਖਿਲਾਫ ਵੀ ਖੜਿਆ ਜਾ ਸਕਦਾ ਹੈ। ਸੋ ਦੇਸ਼ ਦੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਜ਼ਰੂਰ ਖੜੇ। ਜੇ ਤੁਸੀਂ ਦਿੱਲੀ ਨਹੀਂ ਜਾ ਸਕਦੇ ਤਾਂ ਜਿੱਥੇ ਵੀ ਖੜੇ ਹੋ, ਜਿਹੜੀ ਵੀ ਜਗ੍ਹਾ 'ਤੇ ਮੌਜੂਦ ਹੋ, ਕਿਸਾਨਾਂ ਦਾ ਸਮਰਥਨ ਆਪੋ ਆਪਣੇ ਢੰਗ ਤਰੀਕੇ ਨਾਲ ਜ਼ਰੂਰ ਕੀਤਾ ਜਾਵੇ, ਕਿਉਂਕਿ ਕਿਸਾਨ ਸਾਡੇ ਹੀ ਸਮਾਜ ਦਾ ਹਿੱਸਾ ਹੈ। ਰੋਟੀ ਆਪਾਂ ਸਾਰੇ ਖਾਂਦੇ ਹਾਂ। ਦੇਸ਼ ਦੇ ਅੰਨਦਾਤੇ ਦਾ ਖੁਸ਼ਹਾਲ ਹੋਣਾ ਬੇहद ਜ਼ਰੂਰੀ ਹੈ। ਇਹ ਗੱਲ ਬਾਕੀ ਦੁਨੀਆ ਵੀ ਹੁਣ ਕਹਿਣ ਲੱਗ ਪਈ ਹੈ। ਸਾਡੇ ਦੇਸ਼ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿਸਾਨਾਂ ਦੇ ਨਾਲ ਜ਼ਰੂਰ ਖੜਨਾ ਚਾਹੀਦਾ। ਪ੍ਰੋਗਰਾਮ ਵਿੱਚ ਦੱਸੀਆਂ ਗੱਲਾਂ ਠੀਕ ਲੱਗੀਆਂ, ਇਹਨਾਂ ਨੂੰ ਦੂਜੇ ਲੋਕਾਂ ਤੱਕ ਵੀ ਜ਼ਰੂਰ ਪਹੁੰਚਾਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗੇ ਕਿ ਕਿਸਾਨ ਅੰਦੋਲਨ ਇਸ ਵੇਲੇ ਕਿੱਥੇ ਪਹੁੰਚਾ ਹੈ ਅਤੇ ਕਿਹੜੀਆਂ ਸਾਜ਼ਿਸ਼ਾਂ ਕਿਸਾਨਾਂ ਦੇ ਖਿਲਾਫ ਹੋ ਰਹੀਆਂ ਨੇ, ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਆਪਾਂ ਕਿਸਾਨ ਅੰਦੋਲਨ ਦੇ ਨਾਲ ਜੋੜ ਸਕੀਏ। ਇਸ ਪ੍ਰੋਗਰਾਮ ਬਾਰੇ ਆਪਣੀ ਰਾਏ ਜ਼ਰੂਰ ਦੱਸਿਓ ਤੇ ਹੇਠਾਂ ਕਮੈਂਟਸ ਦੇ ਵਿੱਚ ਇਹ ਜ਼ਰੂਰ ਦੱਸੋ ਕਿ ਤੁਸੀਂ ਕਿਸਾਨਾਂ ਦੇ ਨਾਲ ਕਿਵੇਂ ਖੜੇ ਹੋ, ਕਿਸ ਤਰ੍ਹਾਂ ਦਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਹੋ। ਇਹ ਬੇहद ਜ਼ਰੂਰੀ ਹੋਵੇਗਾ ਸਾਡੇ ਸਾਰਿਆਂ ਦੇ ਲਈ। ਅੱਜ ਦਾ ਇਹ ਐਪੀਸੋਡ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।